ਜਿਹੜੇ ਲੋਕ ਕਹਿੰਦੇ ਕੈਨੇਡਾ ਦਾ ਸਿਸਟਮ ਬਹੁਤ ਚੰਗਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਕੈਨੇਡਾ ਦਾ ਸੁਪਰੀਮ ਕੋਰਟ ਦਾ ਜੱਜ ਕਹਿ ਰਿਹਾ। ਉਹ ਕਹਿੰਦਾ ਵੀ ਕੈਨੇਡੀਅਨ ਸਰਕਾਰ, ਰਾਇਲ ਜਿਹੜੀ ਹੈਗੀ ਇਹਨਾਂ ਦੀ ਮਾਊਂਟਡ ਪੁਲਿਸ ਔਰ ਕੈਨੇਡੀਅਨ ਇੰਟੈਲੀਜੈਂਸ ਕਹਿੰਦਾ ਵੀ ਇੰਨੀਆਂ ਭਰਮਾਰ ਇਹਨਾਂ ਦੀਆਂ ਗਲਤੀਆਂ ਨੇ। ਇਹ ਕਹਿ ਤਾ ਇੱਕਦਮ ਕਿ ਸਾਡੇ ਕੋਲ ਕ੍ਰੈਡੀਬਲ ਜਿਹੜੇ ਹੈਗੇ ਨੇ, ਜਿਹੜੇ ਐਲੀਗੇਸ਼ਨ ਦੋਸ਼ ਨੇ, ਦੋਸ਼ ਥੋੜ੍ਹੇ ਹੁੰਦੇ, ਸਬੂਤ ਚਾਹੀਦੇ ਆ ਜੀ। ਅੱਛਾ, ਹੁਣ ਜਿਹੜਾ ਕੈਨੇਡਾ ਦੇ ਅਪੋਜੀਸ਼ਨ ਦਾ ਜਿਹੜਾ ਲੀਡਰ, ਉਹਨੇ ਕਿਹਾ ਵੀ ਮੈਂ ਟਰੂਡੋ ਨੂੰ ਮਿਲਣ ਗਿਆ, ਉਹਨੇ ਪਾਰਲੀਮੈਂਟ ਬਿਆਨ ਦਿੱਤਾ। ਮੈਂ ਕਿਹਾ ਜੀ ਮੈਨੂੰ ਸਬੂਤ ਤਾਂ ਦਿਖਾ ਦਿਓ। ਉਹ ਕਹਿੰਦਾ ਸਬੂਤ ਤਾਂ ਹੈ ਨਹੀਂ। ਕੈਨੇਡਾ ਜੋ ਵੀ ਕਰ ਰਿਹਾ, ਕੋਈ ਅਮਰੀਕਾ ਦੀ ਨੀਤੀ ਨੂੰ ਹੀ ਅੱਗੇ ਵਧਾਉਣ ਦਾ ਜਿਹੜਾ ਯਤਨ ਹੈ। ਅਮਰੀਕਾ ਜਿਹੜਾ ਫੌਜੀ ਤੌਰ 'ਤੇ ਵੀ ਰੂਸ ਤੋਂ ਕਮਜ਼ੋਰ ਹੈ, ਤੋ ਜੇ ਆਰਥਿਕ ਤੌਰ 'ਤੇ ਚੀਨ ਤੋਂ ਕਮਜ਼ੋਰ ਹੈ। ਹੁਣ ਉਹ ਰੂਸ ਤੇ ਚੀਨ ਇਕੱਠੇ ਹੋਏ ਆ, ਤੋ ਅਮਰੀਕਾ ਨੇ ਹਰ ਕੀਮਤ 'ਤੇ ਕਿ ਪਿਛਲੇ 2 ਸਦੀਆਂ ਤੋਂ ਹੁਣ ਆਪਾਂ ਦੇਖਦੇ ਹਾਂ ਕਿ ਕੈਨੇਡਾ ਚਾਹੇ ਕੁਛ ਹੈ, ਆਪਣੇ ਲੋਕਾਂ ਨੇ ਉੱਥੇ ਬੜੇ ਬੈਨੀਫਿਟ ਮਿਲਦੇ, ਇੰਗਲੈਂਡ 'ਚ ਬੜੇ ਬੈਨੀਫਿਟ ਮਿਲਦੇ, ਪਰ ਇਹਨਾਂ ਤੋਂ ਪੈਸਾ ਕਿੱਥੋਂ ਆਇਆ? ਇਹ ਸਾਡਾ ਹੀ ਲੁੱਟਿਆ ਹੋਇਆ ਪੈਸਾ ਹੈ। ਚਾਈਨਾ ਉਹ ਕਹਿੰਦੇ ਅੱਜ ਵੱਡੀ ਪਾਵਰ ਬਣਿਆ, ਆਰਥਿਕ ਪਾਵਰ, ਲੇਕਿਨ ਸਾਡਾ ਪੈਸਾ ਉੱਥੇ ਬੜਾ ਇਨਵੈਸਟ ਹੋਇਆ, ਉਹ ਅਸੀਂ ਵੀ ਬੜਾ ਕੰਟਰੀਬਿਊਟ ਕੀਤਾ। ਅਸੀਂ ਉਹ ਸਾਰਾ ਪੈਸਾ ਕੱਢ ਕੇ ਭਾਰਤ 'ਚ ਇਨਵੈਸਟ ਕਰ ਦਾਂਗੇ। ਇਹ ਚੀਜ਼ਾਂ ਤਾਂ ਉਹਨੂੰ ਮਤਲਬ ਇਹ ਤਾਂ ਹੈਗਾ ਕੈਰਟ, ਮਿੱਠੀਆਂ ਚੀਜ਼ਾਂ। ਅਤੇ ਫਿਰ ਕਹਿੰਦੇ ਜੇ ਨਹੀਂ ਕਰੇਗਾ ਸਾਡੇ ਨਾਲ, ਫਿਰ ਅਸੀਂ ਫਿਰ ਡੰਡਾ ਚਲਾਵਾਂਗੇ। ਥੋੜ੍ਹਾ ਸਮਾਂ ਪਹਿਲਾਂ ਹੀ ਇਹ ਜਿਹੜੀ ਘਟਨਾ ਵਾਪਰੀ ਹੈ, ਤਾਂ ਨਾਟੋ ਹੈ, ਜੋ ਨਾਟੋ ਕਰ ਜੋ ਵੀ ਅਮਰੀਕਾ ਹੀ ਕਰਾ ਰਿਹਾ, ਤਾਂ ਉਹਦੇ ਇੱਕ ਨਕਸ਼ਾ ਦਿਖਾਇਆ, ਉਹਦੇ 'ਚ ਭਾਰਤ ਦੇ ਕਈ ਵੱਖ-ਵੱਖ ਟੋਟੇ ਕਰਕੇ ਦੇਸ਼ ਬਣਾਏ ਗਏ, ਉਹਦੇ 'ਚ ਖਾਲਿਸਤਾਨ ਵੀ ਹੈ। ਤਾਂ ਇਸ ਕਰਕੇ ਭਾਰਤ ਨੂੰ ਡਰਾਵਾ ਵੀ ਦਿੱਤਾ ਜਾਂਦਾ ਕਿ ਭਾਈ ਜਦੋਂ ਸਾਡੇ ਨਾਲ ਨਹੀਂ ਚੱਲਾਂਗੇ ਤਾਂ ਫਿਰ ਅਸੀਂ ਇਹ ਕੰਮ ਕਰਾਂਗੇ ਤੇਰੇ ਨਾਲ। ਜਿੱਥੋਂ ਤੱਕ ਮੈਨੂੰ ਲੱਗਦਾ ਕਿ ਕੈਨੇਡਾ ਨੇ ਉਹ ਝੁਕਣਾ ਸ਼ੁਰੂ ਹੋ ਵੀ ਗਿਆ। ਤੇ ਜਿਹੜੀ ਜਿੱਥੇ ਤਾਂ ਪਹਿਲਾਂ ਉੱਥੇ ਤਾਂ ਇੱਦਾਂ ਬੋਲ ਰਿਹਾ, ਹੁਣ ਜਾ ਕੇ ਉੱਥੇ ਜਿਹੜੇ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਨਿਊਯਾਰਕ ਜਿਹੜੀ ਉੱਥੇ ਜਿਹੜੀ ਗੱਲਬਾਤ ਕੀਤੀ, ਉਹਦੀ ਟੋਨ ਸੁਰ ਬਿਲਕੁਲ ਉਹਦੀ ਵੱਖਰੀ ਹੋ ਗਈ। ਉਹ ਕਹਿੰਦਾ ਜੀ ਇੰਡੀਆ ਤਾਂ ਬਹੁਤ ਵੱਡੀ ਗਰੋਇੰਗ ਪਾਵਰ ਹੈ, ਅਸੀਂ ਤਾਂ ਉਹਦੇ ਨਾਲ ਬਣਾ ਕੇ ਰੱਖਣਾ ਚਾਹੁੰਦੇ ਹਾਂ, ਅਸੀਂ ਤਾਂ ਮਤਲਬ ਜਿਹੜਾ ਹੈਗਾ ਅਸੀਂ ਤਾਂ ਉਹਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਔਰ ਉਹਨੇ ਵੀ ਕਿਹਾ ਕਿ ਮੈਂ ਇੰਡੀਆ ਨੂੰ ਪ੍ਰਵੋਕ ਨਹੀਂ ਕਰਨਾ ਚਾਹੁੰਦਾ, ਮੈਂ ਉਹਨੂੰ ਮਤਲਬ ਉਕਸਾਉਣਾ ਨਹੀਂ ਚਾਹੁੰਦਾ। ਬਹੁਤ ਸਾਰੇ ਸਾਡੇ ਸਟੂਡੈਂਟਸ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਬਹੁਤ ਜ਼ਬਰਦਸਤ। ਮਤਲਬ ਕਈ ਤਾਂ ਬੱਚੇ ਵਿਚਾਰੇ ਰੋਟੀ ਖਾਣ ਵੀ, ਗੁਰਦੁਆਰਾ ਸਾਹਿਬਾਨ ਨੇ ਜਿਹੜੇ ਨੇ ਹਜ਼ਾਰਾਂ ਬੱਚਿਆਂ ਨੂੰ ਰੋਟੀ ਦੇ ਰਹੇ ਨੇ, ਉਹਨਾਂ ਕੋਲ ਰੋਟੀ ਖਾਣ ਦੇ ਵੀ ਪੈਸੇ ਨਹੀਂ ਹੈਗੇ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਗੱਲ ਸੱਚੀ ਹੈ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ, ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਦਾ ਵਿਸ਼ਾ ਬੜਾ ਗੰਭੀਰ ਹੈ। ਕੈਨੇਡਾ ਤੇ ਭਾਰਤ ਦੇ ਦਰਮਿਆਨ ਟਕਰਾਅ ਵਾਲੀ ਸਥਿਤੀ ਬਣ ਚੁੱਕੀ ਹੈ ਤੇ ਕਈ ਇਹਦੇ ਵਿੱਚ ਧਾਰਨਾਵਾਂ ਬਣ ਗਈਆਂ ਨੇ ਕਿ ਕਿਹਦੇ ਤੇ ਵੱਧ ਤੋਂ ਵੱਧ ਪ੍ਰਭਾਵ ਪਵੇਗਾ, ਭਾਰਤ ਤੇ ਜਾਂ ਕੈਨੇਡਾ ਦੇ ਉੱਤੇ। ਤਾਂ ਕਈ ਸਵਾਲ ਵੀ ਖੜੇ ਹੋ ਚੁੱਕੇ ਨੇ। ਕੁੱਲ ਮਿਲਾ ਕੇ ਮਾਮਲੇ ਬਾਰੇ ਸਾਡੇ ਦਰਸ਼ਕ ਸਾਰੇ ਜਾਣਦੇ ਨੇ, ਪਰ ਉਹਦੇ ਪ੍ਰਭਾਵ ਕੀ ਨੇ ਉਹਨਾਂ ਦੇ ਉੱਤੇ ਚਰਚਾ ਕਰਨ ਵਾਸਤੇ ਉਚੇਚੇ ਤੌਰ ਦੇ ਉੱਤੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਸਵਰਾਜ ਸਿੰਘ, ਜਿਨ੍ਹਾਂ ਨੇ ਲੰਮਾ ਸਮਾਂ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਜੀਵਨ ਬਤੀਤ ਕੀਤਾ। ਵਿਦੇਸ਼ਾਂ ਦੇ ਤੇ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਤੇ ਕਿੱਥੇ ਆ ਕੇ ਪੇ ਚੜ੍ਹਦਾ ਹੈ ਉਹਦੇ ਵੀ ਮਾਹਰ ਨੇ। ਤਾਂ ਡਾਕਟਰ ਸਾਹਿਬ ਦੇ ਤੁਸੀਂ ਆਰਟੀਕਲ ਵਗੈਰਾ ਵੀ ਅਖਬਾਰਾਂ ਦੇ ਵਿੱਚ ਰੋਜ਼ਾਨਾ ਪੜ੍ਹਦੇ ਹੋ ਤੇ ਇਸ ਮੁੱਦੇ ਦੇ ਉੱਤੇ ਵੀ ਇਹਨਾਂ ਦੇ ਆਰਟੀਕਲ ਅਖਬਾਰਾਂ ਦੇ ਵਿੱਚ ਲਗਾਤਾਰ ਆ ਰਹੇ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਸਰ ਸਵਾਗਤ ਹੈ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਵਿਵਾਦ ਹੀ ਕਹਿ ਸਕਦੇ ਹਾਂ ਇਸ ਨੂੰ, ਪੈਦਾ ਹੋ ਗਿਆ ਹੈ। ਹਰਦੀਪ ਨਿੱਜਰ ਮਾਮਲੇ ਤੋਂ ਪੈਦਾ ਹੋਇਆ ਇਹ ਵਿਵਾਦ ਹੁਣ ਇੱਕ ਦੂਜੇ ਦੀਆਂ ਵੀਜ਼ਾ ਸੇਵਾਵਾਂ ਬੰਦ ਕਰਨ ਤੱਕ ਪਹੁੰਚ ਚੁੱਕਿਆ ਹੈ। ਕੁੱਲ ਮਿਲਾ ਕੇ ਕਹਿ ਦਿੱਤਾ ਗਿਆ ਭਾਰਤ ਵੱਲੋਂ ਕਿ ਅਸੀਂ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦੇਵਾਂਗੇ। ਅਣਮਿੱਥੇ ਸਮੇਂ ਲਈ ਪਾਬੰਦੀ ਵੀ ਲੱਗ ਚੁੱਕੀ ਹੈ। ਇਸ ਪੂਰੇ ਮਾਮਲੇ ਨੂੰ ਤੁਸੀਂ ਆਪਣੀ ਨਜ਼ਰ ਤੋਂ ਕਿਸ ਤਰ੍ਹਾਂ ਦੇਖਦੇ ਹੋ ਤੇ ਮੁੱਖ ਰੂਪ ਦੇ ਵਿੱਚ ਇਹ ਵਿਵਾਦ ਪੈਦਾ ਹੋਇਆ ਉਹਦੇ ਕਾਰਨ ਕੀ ਨੇ? ਦੇਖੋ, ਇਸ ਨੂੰ ਆਪਾਂ ਨੂੰ ਇੱਕ ਸਿਰਫ ਸੀਮਿਤ ਮਤਲਬ ਕੈਨੇਡਾ ਦੇ ਭਾਰਤ ਦੇ ਵਿੱਚ ਸੀਮਿਤ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਜਿਹੜਾ ਪੱਛਮੀ ਗੁੱਟ ਹੈ, ਜਿਹੜਾ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਇਹ ਸਾਰੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਅਸਲੀ ਨੇਤਾ ਜਿਹੜਾ ਅਮਰੀਕਾ ਹੈਗਾ। ਤਾਂ ਕੈਨੇਡਾ ਜੋ ਵੀ ਕਰ ਰਿਹਾ ਕੋਈ ਅਮਰੀਕਾ ਦੀ ਨੀਤੀ ਨੂੰ ਹੀ ਅੱਗੇ ਵਧਾਉਣ ਦਾ ਜਿਹੜਾ ਯਤਨ ਹੈ। ਤਾਂ ਇਹਦੇ ਵਿੱਚ ਜਿਹੜਾ ਜੇ ਅਸੀਂ ਦੇਖੀਏ ਵੀ ਅਮਰੀਕਾ ਭਾਰਤ ਤੋਂ ਕੀ ਚਾਹੁੰਦਾ ਹੈਗਾ। ਇਸ ਵੇਲੇ ਜਿਹੜਾ ਜੋ ਸਥਿਤੀ ਹੈਗੀ ਹੈ ਕਿ ਅਮਰੀਕਾ ਦੀ ਜਿਹੜੀ
ताकत है, शक्ति, वो बहुत कमज़ोर हो चुकी है और दिनों बर दिन कमज़ोर हो रही है। कि अमरीका जिहड़ा हैगा दो जिहड़ा है ना तो वो आर्थिक शक्ति तो चीन ने जिहड़ी बहुत वड्डी चुनौती है, क्योंकि अमरीका कोल हुण कोई मैन्युफैक्चरिंग जिहड़ी असल दे विच आर्थिक शक्ति हुंदी है वो तुहाडी जिहड़ी मैन्युफैक्चरिंग पावर हुंदी है भी तुसीं कितनी पैदावार कर रहे हो, तो ਉਹਦੇ ਤੇ ਹੁੰਦੀ। ਹੁਣ मैन्युफैक्चरिंग सेंटर सब ਨੂੰ पता है कि ਹੁਣ चीन बन चुका है दुनिया ਦਾ, तो इस करके अमरीका ਹੁਣ आर्थिक तौर पर कमज़ोर हो गया। दूसरे पासे ਜਿਹੜੀ शक्ति ਹੁੰਦੀ ਉਹ फौजी शक्ति ਹੁੰਦੀ है। फौजी शक्ति ਜਿਹੜੀ ਹੈ ਉਹ रूस ਜਿਹੜਾ ਉਹਨੇ ਆਪਣੇ ਸਾਬਤ ਕਰਤਾ ਕਿ ਅਸੀਂ ਜਿਹੜੇ ਆ ਹੁਣ ਇੱਕ ਜਿਹੜਾ रूस यूक्रेन युद्ध हो ਰਿਹਾ ਜੀ ਉਹ ਇਕੱਲੇ ਦੋ ਦੇਸ਼ਾਂ 'ਚ ਨਹੀਂ ਹੋ ਰਿਹਾ, ਅਸਲ ਦੇ ਵਿੱਚ ਸਮੁੱਚਾ ਪੱਛਮ ਹੈ ਜਾਂ 31 ਦੇਸ਼ ਜਿਹੜੇ ਨਾਟੋ ਦੇ ਉਹ ਮਤਲਬ रूस ਨਾਲ ਲੜ ਰਹੇ ਨੇ। ਤੇ ਲੇਕਿਨ ਹਾਲੇ ਤੱਕ ਜਿਹੜਾ रूस ਦਾ ਪੱਲੜਾ ਭਾਰੀ ਹੈ ਔਰ ਪੂਰੀ ਜਿਹੜੀ ਹੈ ਇਹ ਜਿਹੜੇ ਸਾਨੂੰ ਘੱਟੋ ਘੱਟ ਇਹ ਲੱਗਦਾ ਹੈ ਕਿ ਕੀ ਹੋਏਗਾ, तो ये रूस की जी जित यकीनी नज़र आ रही है। तो इसका मतलब है कि अमरीका जो फौजी तौर पर भी रूस तो कमज़ोर है, तो जे आर्थिक तौर पर चीन तो कमज़ोर है। हुण रूस तो चीन इकट्ठे होए हैं, तो अमरीका ने हर कीमत पर कि पिछले 2 सदियों तो हुण आपां देखते हैं कि कनेडा चाहे कुछ है अपने लोग कहते जो तो बड़े बेनीफिट मिलते, इंग्लैंड बड़े बेनीफिट मिलते, पर इन्हां तों पैसा कित्थों आया? ये साडा ही लुट्टिया होया पैसा है। जदों क्योंकि सारे देश ने असल दे विच इंग्लैंड तो ही बने ने, इंग्लैंड दे ही जिद्दां बच्चे ने अमरीका भी उन्हां दा, कनेडा भी उन्हां दा, आस्ट्रेलिया भी उन्हां दा, इतिहासक तौर पर प्रमाणित चीज़ है जी। तो लेकिन इंग्लैंड किद्दां अमीर होया? वो तो है कि जदों इंग्लैंड भारत आया तो भारत की जिहड़ी विश्व आर्थिकता दे विच जिहड़ी हिस्सा सीगा 30% सीगा। जदों अंग्रेज छड्ड के गए है तो साडा 2% रह गया। मतलब देखो ये इन्ना किद्दां मतलब फर्क पैसा है, मतलब इस पद्धर की लुट्ट हुई है साडी, ये साडा ही पैसा है। अज कनेडा भी जिहड़ा हैगा साडे लोग जी उत्थे बड़े बेनीफिट मिलते, उत्थे बड़ी वधिया लाइफ, पर पैसा कनेडा नूं कित्थों आ रहा? साडा पैसा लुट, साडा ही पैसा है। क्योंकि देखो विकास करने लई 3 चीज़ों की लोड़ है जी। एक हैगा मनुखी जिहड़ा वसीला, ह्यूमन रिसोर्स, दूजा हैगा इंटलैक्चुअल बौद्धिक वसीला, तीजा हुंदा सरमाया कैपिटल। तिन्ने चीज़ां पंजाब चों बाहर जा रही हैं, कनेडा जा रही हैं, तो कनेडा सानू नहीं कोई दे रहा, असीं उल्टा पैसा उत्थे लैके जा रहे हैं। तो इस करके जिहड़ा हैगा कि जिहड़ी जे ये हार जाते उत्थे जिहड़ी कि हार इन्हां दी यकीनी नज़र आ रही है, तो फिर ये लुट्टण दे काबल नहीं रहणगे। हुण तो इन्हां दी आप मैन्युफैक्चरिंग तो पहले ही खत्म हो चुकी है, उहदा चाइना तो बन के आ रहा सारा कुछ समान। तो इस करके फिर हर हीले वो कहंदे ने कि अपनी जिहड़ी चौधर है वो बनाई रखनी है, अपना संसार से गलबा बनाई रखना है, तो उहदे लई जो भी करना पवे। तो एक जिहड़ी चीज़ है कि देखो चीन साडा एक दुश्मन देश बनिया जाता है, लेकिन इस मसले ते जो चीन ने कहा है वो तुहानूं सानूं हैरानी होएगी। चीन ने कहा कि सारी जिहड़ी साजिश ही ये पखंड और साजिश कहा उन्हें कि पश्चिमी देशों की साजिश है और उन्होंने पखंड है। तो कहने का मतलब जो भी होया हैगा ये सारिਆਂ ने सोच समझ के ये जिहड़ा है ये स्थिति पैदा की गई है। क्योंकि इंडिया नूं वो कहते हैं कि सब तो वड्डा जिहड़ा उन्हां कोल एक है कि अपनी चौधर बचाउण दा, रशिया चाइना नूं कमज़ोर करन दा जरिया वो हिंदुस्तान नूं देख रहे हैं कि जे भारत नूं कहते चीन नाल लड़ा दिता जाए, भारत नूं चीन दे विरुद्ध खड़ा किया जाए, तो एक चीन जिहड़ा उन्हां सब तो वड्डा इस वेले विरोधी है आर्थिक तौर पर, क्योंकि पैसे की गल है कि उहदे तो भारत जिहड़ा वो भी एक उभर रही आर्थिक शक्ति है। तो उन्होंने कहते हैं आपां संभावित या पोटेंशियल एडवर्सरी। तो अमरीका का कहता जे दोनों आपस में लड़ पैन तो मेरे हाथ लड्डू ही लड्डू है, मेरा जिहड़ा वड्डा विरोधी भी कमज़ोर हो गया, जिहड़ा उठ सकता संभावित विरोधी वो भी कमज़ोर हो गया, तो मेरी चौधर दुनिया से बनी रहेगी। आपां जो 2 सदियों तो लुट रखे हथ उही लुट साडी जारी रहेगी। लेकिन हुण ये भारत लिए भी बड़ी मुश्किल है। भारत जिहड़ा है हुण यूक्रेन तो भारत यूक्रेन वर्गा देश नहीं है जी। तो इस करके भारत भी दोनों पासे सोचता, भारत देखता कि मैनूं अमरीका तो भी फायदा है। भारत की जिहड़ी नीति है कि कहना मैं सारिਆਂ तो फायदा लवां, मैं अमरीका तो फायदा, रशिया तो भी लवां, चाइना तो भी लवां। तो इत्थे बद भारत जिहड़ा इन्ना नहीं हैगा कि उन्होंने पूरी तरह अमरीका अपनी जिहड़ी है वो मनवा ले उहदे तो गल। तो इस करके फिर भारत इन्हां दी जिहड़ी दोगली नीति है, एक जिहनूं कहंदे कैरेट एंड स्टिक, एक तो हैगा भी भारत नूं मतलब दाना पाओ मिठी मिठी भी उन्होंने कहें हाँ भी तेनों असीं तेरा भी जे चीन का एक गलियारा तेरा भी बना दें,
ਮੈਂ ਹੁਣ ਇਹ ਇੱਥੇ G20 'ਚ ਹੋਈ ਹੈ ਗੱਲ ਇੱਕ ਭਾਰਤ ਤੋਂ ਮਿਡਲ ਈਸਟ ਦੇ ਰਸਤੇ ਯੂਰਪ ਨਾਲ, ਤਾਂ ਉਹ ਮਤਲਬ ਕਿ ਚਾਈਨਾ ਦਾ ਇੱਕ ਹੈਗਾ, ਅਸੀਂ ਵੀ ਆਪਣਾ ਬਣਾ ਦਾਂਗੇ, ਤੁਹਾਨੂੰ ਇੱਥੋਂ ਫਾਇਦਾ ਹੋਏਗਾ। ਫਿਰ ਉਹ ਕਹਿੰਦੇ ਕਿ ਅਸੀਂ ਦੇਖੋ ਚਾਈਨਾ, ਉਹ ਕਹਿੰਦੇ ਅੱਜ ਵੱਡੀ ਪਾਵਰ ਬਣਿਆ, ਆਰਥਿਕ ਪਾਵਰ, ਜੇਕਰ ਸਾਡਾ ਪੈਸਾ ਉੱਥੇ ਬੜਾ ਇਨਵੈਸਟ ਹੋਇਆ, ਉਹ ਅਸੀਂ ਵੀ ਬੜਾ ਕੰਟਰੀਬਿਊਟ ਕੀਤਾ, ਅਸੀਂ ਉਹ ਸਾਰਾ ਪੈਸਾ ਕੱਢ ਕੇ ਭਾਰਤ 'ਚ ਇਨਵੈਸਟ ਕਰ ਦਾਂਗੇ। ਇਹ ਚੀਜ਼ਾਂ ਤਾਂ ਉਹਨੂੰ ਮਤਲਬ ਇਹ ਤਾਂ ਹੈਗਾ ਕੈਰਟ, ਮਿੱਠੀਆਂ ਚੀਜ਼ਾਂ। ਤੇ ਫਿਰ ਕਹਿੰਦੇ ਜੇ ਨਹੀਂ ਕਰੇਗਾ ਸਾਡੇ ਨਾਲ, ਫਿਰ ਅਸੀਂ ਫਿਰ ਡੰਡਾ ਚਲਾਵਾਂਗੇ। ਉਹ ਡੰਡੇ 'ਚ ਕੀ ਉਹਨਾਂ ਨੇ ਕਿਹਾ, ਹੁਣੇ ਕਈ ਲੋਕਾਂ ਨੂੰ ਨਹੀਂ ਪਤਾ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਇਹ ਜਿਹੜੀ ਘਟਨਾ ਵਾਪਰੀ ਹੈ, ਤਾਂ ਨਾਟੋ ਹੈ, ਕੋਈ ਜੋ ਨਾਟੋ ਕਰਦੀ ਉਹ ਵੀ ਅਮਰੀਕਾ ਹੀ ਕਰਾ ਰਿਹਾ, ਤਾਂ ਉਹਦੇ ਇੱਕ ਨਕਸ਼ਾ ਦਿਖਾਇਆ ਹੈ, ਉਹਦੇ 'ਚ ਭਾਰਤ ਦੇ ਕਈ ਵੱਖ-ਵੱਖ ਟੋਟੇ ਕਰਕੇ ਦੇਸ਼ ਬਣਾਏ ਗਏ, ਉਹਦੇ 'ਚ ਖਾਲਿਸਤਾਨ ਵੀ ਹੈ। ਤਾਂ ਇਸ ਕਰਕੇ ਭਾਰਤ ਨੂੰ ਡਰਾਵਾ ਵੀ ਦਿੱਤਾ ਜਾਂਦਾ ਕਿ ਭਾਈ ਜਦੋਂ ਸਾਡੇ ਨਾਲ ਨਹੀਂ ਚੱਲਾਂਗੇ ਤਾਂ ਫਿਰ ਅਸੀਂ ਇਹ ਕੰਮ ਕਰਾਂਗੇ ਤੇਰੇ ਨਾਲ। ਤਾਂ ਉਸ ਸੰਦਰਭ ਦੇ ਵਿੱਚ ਜਿਹੜਾ ਖਾਲਿਸਤਾਨ ਦਾ ਮੁੱਦੇ ਦੀ ਵੀ ਜਿਹੜੀ ਸਾਰਥਕਤਾ ਬਣਦੀ ਹੈ। ਤਾਂ ਇਹ ਜਿਹੜਾ ਫਿਰ ਇੱਕ ਟਰੂਡੋ ਦੀ ਜਿਹੜੀ ਹੈਗੀ ਆ, ਇੱਕ ਇਹ ਵੀ ਹੈ ਕਿ ਟਰੂਡੋ ਜਿਹੜਾ ਹੈਗਾ ਉਹ ਇੱਕ ਮਤਲਬ ਕਈ ਨੇਤਾ ਹੁੰਦੇ ਨੇ ਜਿਹੜੇ ਹੁਣ ਜਿੱਦਾਂ ਜੋ ਬਾਈਡਨ ਹੈ, ਇੱਕ ਇੱਦਾਂ ਹੀ ਇਹ ਹੁਣ ਇੱਕ ਇੱਦਾਂ ਹੀ ਇੱਥੇ ਬੋਰਿਸ ਜੌਨਸਨ ਸੀ ਪਹਿਲਾਂ ਇੰਗਲੈਂਡ ਦਾ ਲੀਡਰ। ਹੁਣ ਇਹ ਜਿਹੜੇ ਨੇ ਕਈ ਲੀਡਰਾਂ ਦੀ ਜਿਹੜੀ ਸਮਰੱਥਾ ਜਿਹੜੀ ਹੈ, ਉਹਨਾਂ ਦਾ ਪੱਧਰ ਜਿਹੜਾ ਉਹ ਬਹੁਤ ਨੀਵਾਂ ਹੁੰਦਾ, ਬੌਧਿਕ ਪੱਧਰ ਬੜਾ ਨੀਵਾਂ ਹੈ। ਇਹ ਜਿਹੜਾ ਹੁਣ ਇਹ ਜਸਟਨ ਟਰੂਡੋ ਹੈ, ਹੁਣ ਤੁਸੀਂ ਦੇਖੋ ਇਹ ਇੱਕ ਹੁਣ ਤਾਂ ਝਗੜਾ ਹੁਣ ਹੋਇਆ ਹੈ। ਮੈਂ ਇੱਕ ਬਹੁਤ ਸਮਾਂ ਪਹਿਲਾਂ ਮੇਰਾ ਇੱਕ ਲੇਖ ਛਪਿਆ ਬਹੁਤ ਸਾਰੇ ਅਖਬਾਰਾਂ, ਉਹਦੇ 'ਚ ਮੈਂ ਲਿਖਿਆ ਕਿ ਪੀਅਰ ਤੋਂ ਜਸਟਨ ਟਰੂਡੋ ਤੱਕ ਕੈਨੇਡਾ ਦਾ ਸਫ਼ਰ। ਪੀਅਰ ਇਹਨਾਂ ਦੇ ਪਿਤਾ ਜੀ ਸੀਗੇ, ਪੀਅਰ ਟਰੂਡੋ, ਉਹ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸੀ। ਮੈਂ ਕਿਹਾ ਕਿ ਉਹ ਇੰਨੇ ਬੌਧਿਕ ਪੱਧਰ ਵਾਲੇ ਬੰਦੇ ਸੀਗੇ, ਉਹਨਾਂ ਮਤਲਬ ਮੈਂ ਉਹਨਾਂ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਰਿਹਾ, ਔਰ ਉਹਨਾਂ ਨੇ ਕੈਨੇਡਾ ਦਾ ਨਾਂ ਦੁਨੀਆ ਭਰ 'ਚ ਰੋਸ਼ਨ ਕੀਤਾ, ਬਹੁਤ ਸਤਿਕਾਰ ਬਣਾਇਆ ਕੈਨੇਡਾ ਦਾ ਜੀ। ਔਰ ਮੈਂ ਕੈਨੇਡਾ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਕਿਉਂਕਿ ਮੈਂ ਪੀਅਰ ਟਰੂਡੋ ਲੇਕਿਨ ਮੈਂ ਕਿਹਾ ਮੈਨੂੰ ਇੰਨਾ ਦੁੱਖ ਹੁੰਦਾ, ਔਰ ਉਸ ਦਾ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਇਹ ਤਾਂ ਉਸ ਤੋਂ ਬਹੁਤ ਪਹਿਲਾਂ ਲਿਖਿਆ ਹੋਇਆ ਲੇਖ ਹੈ। ਤੇ ਉਹ ਮੈਂ ਕਿਹਾ ਵੀ ਟਰੂਡੋ ਜਸਟਨ ਟਰੂਡੋ ਦਾ ਪੱਧਰ ਹੀ ਨਹੀਂ ਹੈ, ਬੌਧਿਕ ਪੱਧਰ ਦਾ ਹੈ ਹੀ ਨਹੀਂ ਜੋ ਇਹਦੇ ਪਿਤਾ ਦਾ ਸੀ। ਤਾਂ ਇਹਨੇ ਮਤਲਬ ਜੋ ਕੈਨੇਡਾ ਉਹਨੇ ਆਪਣੇ ਸਾਰੇ ਦੁਨੀਆ 'ਚ ਆਪਣੇ ਦੇਸ਼ ਦੀ ਇੱਜ਼ਤ ਬਣਾਈ। ਜਦੋਂ ਦਾ ਟਰੂਡੋ ਆਇਆ ਹੈਗਾ ਜਸਟਨ, ਇਹਨੇ ਮਤਲਬ ਕੈਨੇਡਾ ਨੂੰ ਥੱਲੇ ਸੁੱਟਿਆ ਇਹਦਾ ਜਿਹੜਾ। ਔਰ ਦੇਖੋ ਤੁਸੀਂ ਆਪਾਂ ਜੋ ਮਰਜ਼ੀ ਕਹੀਏ, ਹੁਣੇ ਇੱਕ ਸਰਵੇ ਹੁਣੇ ਹੀ ਹੋਇਆ ਤਾਜ਼ਾ ਸਰਵੇਖਣ ਕੈਨੇਡਾ 'ਚ, ਤੇ ਸਿਰਫ 31% ਲੋਕ ਟਰੂਡੋ ਨਾਲ ਸਹਿਮਤ ਹੈ ਕੈਨੇਡੀਅਨ। ਇਹਦਾ ਮਤਲਬ 70% ਲੋਕ ਉਹਨੂੰ ਪਸੰਦ ਨਹੀਂ ਕਰ ਰਹੇ। ਔਰ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਕੰਜ਼ਰਵੇਟਿਵ ਪਾਰਟੀ, ਉਹਨੂੰ 40% ਮਿਲੀਆਂ, ਇਹਨੂੰ 30%। ਵੀ ਦੱਸੋ ਇੰਨਾ ਵੱਡੇ ਫਰਕ ਨਾਲ ਹੈ। ਇਹਦਾ ਮਤਲਬ ਜੇ ਅੱਜ ਇਲੈਕਸ਼ਨ ਹੋ ਜਾਂਦੀ ਹੈ ਤੇ ਇਹ ਹਾਰ ਜਾਏਗਾ। ਤੇ ਇਹ ਹੁਣ ਵੀ ਇਹਦੇ ਕੋਲ ਮੈਜੋਰਟੀ ਨਹੀਂ ਹੈ, ਤੇ ਕਿਹਦੇ ਨਾਲ ਇਹਨੇ ਅਲਾਇੰਸ ਹੈ? ਨਿਊ ਡੈਮੋਕ੍ਰੈਟਿਕ ਪਾਰਟੀ ਨਾਲ ਜੀ। ਉਹ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਟ ਕੌਣ ਹੈ? ਜਗਮੀਤ ਸਿੰਘ, ਜਿਹਦੇ ਬਾਰੇ ਪ੍ਰਭਾਵ ਹੈ ਕਿ ਖਾਲਿਸਤਾਨੀ ਹੈ। ਤਾਂ ਇਹਦਾ ਮਤਲਬ ਟਰੂਡੋ ਨੂੰ ਖਾਲਿਸਤਾਨ ਦਾ ਇੱਕ ਇਸ਼ੂ ਜਿਹੜਾ ਉਹ ਬਣਾਉਣਾ ਪੈਂਦਾ ਆਪਣੀ ਗੌਰਮੈਂਟ ਬਚਾਉਣ ਲਈ, ਕਿਉਂਕਿ ਸਿੱਖਾਂ ਦੀ ਜਿਹੜੀ ਉਹਨੂੰ ਸਪੋਰਟ ਹੈ ਉੱਥੇ, ਕਿਉਂਕਿ ਸਿੱਖਾਂ ਦੀ ਬੜੀ ਸੋਲਿਡ ਵੋਟ ਹੈ। ਤੇ ਉਹਦੇ ਆਪਣੀ ਤੇ ਕੋਈ ਇੰਨਾ ਬੰਦਾ ਹੀ ਨਹੀਂ, ਉਹਦਾ ਪੱਧਰ ਹੀ ਨਹੀਂ ਹੈਗਾ ਆਪਣੇ ਜੋ ਕਰ ਰਿਹਾ ਹੈਗਾ। ਹੁਣ ਇੱਥੇ ਆਇਆ ਭਾਰਤ ਦੇ ਵਿੱਚ, ਦੇਖੋ ਤੁਸੀਂ ਮਸਲਾ ਤਾਂ ਪਹਿਲਾਂ ਸੀਗਾ, ਲੇਕਿਨ ਭਾਰਤ ਤੋਂ ਆਇਆ ਇੱਥੇ ਉਹਨੂੰ ਖੁੰਝੇ ਲਾਈਨ ਲਾਇਆ ਗਿਆ, ਤੇ ਉਹ ਫਿਰ ਉਹਦਾ ਪਲੇਨ ਖਰਾਬ ਹੋ ਗਿਆ। ਤੇ 2 ਦਿਨ ਕਿਸੇ ਨੇ ਮੂੰਹ ਨਹੀਂ ਲਾਇਆ, ਉਹਨੂੰ ਇੱਕ ਪਿਆ ਰਿਹਾ, ਪਰ ਬੜੀ ਉਹਦੇ ਨਾਲ ਉਹਦੇ ਤਵੱਜਾ ਕੋਈ ਨਹੀਂ ਦਿੱਤੀ ਗਈ। ਤੇ ਉਹਦੇ ਤੋਂ ਬੜਾ ਗੁੱਸੇ ਹੋਇਆ, ਕਿ ਬਹੁਤ ਗੁੱਸੇ ਹੋਇਆ, ਔਰ ਜਾਂਦੇ ਹੀ ਉਹਨੇ ਇਹ ਪੰਗਾ ਸ਼ੁਰੂ ਕਰਤਾ। ਤਾਂ ਠੀਕ ਆ, ਕੀ ਅਸੀਂ ਮੈਂ ਨਹੀਂ ਕਹਿੰਦਾ ਕਿ ਕੀ ਹੋ, ਮੈਨੂੰ ਨਹੀਂ ਪਤਾ ਕਿ ਮਤਲਬ ਕਿਹਨੇ ਮਰਵਾਇਆ ਉਹਨੂੰ ਹੈ ਜੀ, ਕਿ ਕਿਸ ਤਰ੍ਹਾਂ। ਲੇਕਿਨ ਆਹ ਜਿਹੜੀਆਂ ਚੀਜ਼ਾਂ ਨੇ ਇਹ ਨਜ਼ਰਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ ਕਿ ਜਿਹੜਾ ਅਮਰੀਕਾ ਮਤਲਬ ਜਿਹੜਾ ਹੈਗਾ, ਤੇ ਉਹਦੀ ਤੇ ਜਿਹੜੀ ਕੈਨੇਡਾ ਦੀਆਂ ਜਿਹੜੀਆਂ ਆਪਣੀਆਂ ਮਜਬੂਰੀਆਂ ਨੇ, ਉਹਦੇ ਵਿੱਚ ਵੀ ਉਹਨਾਂ ਨੂੰ ਇਹ ਜਿਹੜਾ ਇਸ਼ੂ ਚੱਕਣਾ ਪਿਆ। ਅੱਛਾ, ਫਿਰ ਉਹਨੇ ਜਿਹੜਾ ਹੈਗਾ ਕਿ ਇਹ ਕਹਿ ਦਿੱਤਾ ਇੱਕਦਮ ਕਿ ਸਾਡੇ ਕੋਲ ਕ੍ਰੈਡੀਬਲ ਜਿਹੜੇ ਹੈਗੇ ਨੇ, ਜਿਹੜੇ ਐਲੀਗੇਸ਼ਨ ਦੋਸ਼ ਨੇ, ਵੀ ਦੋਸ਼ ਥੋੜ੍ਹੇ ਹੁੰਦੇ, ਸਬੂਤ ਚਾਹੀਦੇ ਆ ਜੀ। ਅੱਛਾ, ਹੁਣ ਜਿਹੜਾ ਕੈਨੇਡਾ ਦੇ ਅਪੋਜੀਸ਼ਨ ਦਾ ਜਿਹੜਾ ਲੀਡਰ ਉਹਨੇ ਕਿਹਾ ਵੀ ਮੈਂ ਟਰੂਡੋ ਨੂੰ ਮਿਲਣ ਗਿਆ, ਉਹਨੇ ਪਾਰਲੀਮੈਂਟ ਬਿਆਨ ਦਿੱਤਾ। ਮੈਂ ਕਿਹਾ ਜੀ ਮੈਨੂੰ ਸਬੂਤ ਤਾਂ ਦਿਖਾ ਦਿਓ। ਉਹ ਕਹਿੰਦਾ ਸਬੂਤ ਤਾਂ ਹੈ ਨਹੀਂ। ਉਹ ਕਹਿੰਦਾ ਮੈਨੂੰ ਕੋਈ ਸਬੂਤ ਨਹੀਂ ਦਿਖਾਇਆ। ਤੇ ਹੁਣ ਜੇ ਤੇਰੇ ਕੋਲ ਸਬੂਤ ਹੀ ਨਹੀਂ ਹੈਗਾ, ਤੇ ਫਿਰ ਤੋਂ ਮਤਲਬ ਐਡਾ ਵੱਡਾ ਦਾਅਵਾ ਕਿੱਦਾਂ ਕਰ ਸਕਦਾ? ਠੀਕ ਹੈ, ਸਾਨੂੰ ਨਹੀਂ ਪਤਾ ਕਿਹਨੇ ਮਰਵਾਇਆ, ਲੇਕਿਨ ਭਾਈ ਸਬੂਤ ਤਾਂ ਦੇ, ਦੋਸ਼ ਦੇ ਆਧਾਰ ਤੇ ਤਾਂ ਨਹੀਂ ਤੂੰ ਗੱਲ ਕਰ ਸਕਦਾ। ਅੱਛਾ, ਦੂਸਰੀ ਗੱਲ ਕਿ ਕੀ ਕੈਨੇਡਾ ਦੇ ਵਿੱਚ ਇੰਨਾ ਇੱਕਦਮ ਐਵੀਡੈਂਸ ਲੱਭ ਲੈਂਦੇ ਆ। ਹੁਣ 1985 ਦੇ ਵਿੱਚ ਏਅਰ ਇੰਡੀਆ ਦਾ ਜਹਾਜ਼ ਜਿਹੜਾ ਸੀ ਉਹ ਉਡਾਇਆ ਗਿਆ ਸੀਗਾ, 329 ਬੰਦੇ ਮਾਰੇ ਗਏ। ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਸਾਲ ਲੱਗ ਗਏ
20 ਸਾਲ ਤੱਕ ਕੈਨੇਡਾ ਇਨਵੈਸਟੀਗੇਸ਼ਨ ਕਰਦਾ ਰਿਹਾ ਤੇ ਉਹਦੇ ਵਿੱਚ ਬਾਅਦ ਜਾ ਕੇ 3 ਬੰਦੇ ਫੜੇ, 2 ਨੂੰ ਛੱਡਣਾ ਪਿਆ ਜੀ। ਹਾਂਜੀ, ਤੇ ਮਤਲਬ 20 ਸਾਲ ਉਸ ਤੋਂ ਬਾਅਦ ਫਿਰ ਬਹੁਤ ਕੈਨੇਡਾ ਜੋ $136 ਮਿਲੀਅਨ ਖਰਚਾ ਆ ਗਿਆ ਕੈਨੇਡਾ। ਤਾਂ ਬਹੁਤ ਲੋਕਾਂ ਨੇ ਕਿਹਾ ਵੀ ਗੱਲ ਕੀ ਹੋਈ, ਇਹਦੀ ਵੀ ਇਨਵੈਸਟੀਗੇਸ਼ਨ ਕਰੋ। ਫਿਰ ਕੈਨੇਡਾ ਨੇ ਖੁਦ 2006 ਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਜਸਟਿਸ ਨੂੰ ਇਹ ਜੋ ਅਸੀਂ ਹੋਇਆ ਇਹਦੀ ਇਨਕੁਆਇਰੀ ਕਰਾਓ। ਤੁਸੀਂ ਉਹਦੇ ਪੜ੍ਹੋ ਜਿਹੜੇ ਲੋਕ ਕਹਿੰਦੇ ਕੈਨੇਡਾ ਦਾ ਸਿਸਟਮ ਬਹੁਤ ਚੰਗਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਕੈਨੇਡਾ ਦਾ ਸੁਪਰੀਮ ਕੋਰਟ ਦਾ ਜੱਜ ਕਹਿ ਰਿਹਾ। ਉਹ ਕਹਿੰਦਾ ਵੀ ਕੈਨੇਡੀਅਨ ਸਰਕਾਰ, ਰਾਇਲ ਜਿਹੜੀ ਹੈਗੀ ਇਹਨਾਂ ਦੀ ਮਾਊਂਟਡ ਪੁਲਿਸ ਔਰ ਕੈਨੇਡੀਅਨ ਇੰਟੈਲੀਜੈਂਸ ਕਹਿੰਦਾ ਵੀ ਇੰਨੀਆਂ ਭਰਮਾਰ ਇਹਨਾਂ ਦੀਆਂ ਗਲਤੀਆਂ ਨੇ ਕਿ ਉਹਦੇ ਕਰਕੇ ਇਹ ਜਿਹੜਾ ਟੈਰਰਿਸਟ ਐਕਟ ਹੋਇਆ, ਸਾਰਾ ਕਸੂਰ ਉਹਨਾਂ ਦਾ ਕੱਢਿਆ। ਇਹ ਆਪਣੇ ਜੱਜ ਨਹੀਂ, ਆਪਣੀ ਸਰਕਾਰ ਦਾ ਔਰ ਆਪਣੀਆਂ ਏਜੰਸੀਆਂ ਦਾ। ਤੇ ਮਤਲਬ ਇਹ 2010 ਉਹਨੂੰ ਵੀ 4 ਸਾਲ ਜੱਜ ਨੇ ਮਤਲਬ ਪੂਰੀ ਤਰ੍ਹਾਂ 4 ਸਾਲ 2006 ਚ ਉਹਨੂੰ ਥਾਪਿਆ ਗਿਆ ਸੀ ਤੇ 2010 ਚ ਰਿਪੋਰਟ ਦਿੱਤੀ ਹੈ। ਤੇ ਮਤਲਬ ਉਦੋਂ ਪੂਰੀ ਤਰ੍ਹਾਂ ਉਹਨਾਂ ਨੂੰ ਬਲੇਮ, ਜਿੱਥੇ 20 ਤੇ 10-30 ਸਾਲ ਲੱਗ ਗਏ ਹੈ ਜੀ, ਤੇ ਫਿਰ ਤੁਹਾਨੂੰ ਪਤਾ ਲੱਗਾ। ਤੇ ਹੁਣ ਇਹਨੂੰ 1 ਮਿੰਟ 'ਚ ਪਤਾ ਲੱਗ ਗਿਆ ਸਾਰੀਆਂ ਗੱਲ। ਕੈਨੇਡਾ 'ਚ ਇੰਨਾ ਜਿਹੜਾ ਜਸਟਿਸ ਇਹਨਾਂ ਦੀ ਇਨਵੈਸਟੀਗੇਸ਼ਨ ਤਕੜੀ ਨਹੀਂ ਹੈਗੀ ਕਿ ਇੱਕਦਮ ਪਤਾ ਲੱਗ ਜਾਏ। ਤਾਂ ਇਹਦਾ ਮਤਲਬ ਕੋਈ ਹੋਰ ਕਾਰਨ ਹੈ। ਤਾਂ ਇਹ ਆਪਾਂ ਨੂੰ ਇਹ ਜਿਹੜਾ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਮਤਲਬ ਜਿਹੜਾ ਅਸੀਂ ਭਾਵਕ ਹੋ ਕੇ ਇਹ ਨਾ ਮਤਲਬ ਜਿਹੜਾ ਹੈਗਾ ਕਹੀਏ ਕਿ ਹਾਂ ਜੀ ਅਸੀਂ ਪਹਿਲਾਂ ਹੀ ਹਾਂ ਜੀ ਇੰਡੀਆ ਨੇ ਹੋ ਸਕਦਾ ਕਿ, ਲੇਕਿਨ ਗੱਲ ਜਿਹੜੀ ਸਬੂਤਾਂ ਦੇ ਠੋਸ ਸਬੂਤ ਲਿਆਓ। ਅੱਛਾ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ, ਤੁਸੀਂ ਜੇ ਤੁਹਾਨੂੰ ਲੱਗਦਾ ਕਿ ਇੰਡੀਆ ਨੇ ਕਰਾਇਆ, ਇੰਡੀਆ ਤੁਹਾਡੀ ਗੱਲ ਨਹੀਂ ਸੁਣਦਾ, ਉੱਥੇ ਚਲੇ ਜਾਓ, ਉੱਥੇ ਉਹਦਾ ਫੈਸਲਾ ਸੁਣ ਲਓ ਫਿਰ। ਨਹੀਂ, ਲੇਕਿਨ ਉਹ ਦਮ ਨਹੀਂ ਹੈ ਕਿ ਗੱਲ ਠੋਸ ਕਦਮਾਂ ਪੈਰਾਂ ਤੇ ਪਹਿਲਾਂ ਇਹਨਾਂ ਕੋਲ ਠੋਸ ਸਬੂਤ ਹੋਣਾ ਚਾਹੀਦਾ ਸੀ। ਤੇ ਜੇ ਇੰਡੀਆ ਤੋਂ ਇੱਦਾਂ ਦਿਖਾ ਦਿੰਦੇ ਸਾਰੀ ਦੁਨੀਆ ਨੂੰ ਭਾਈ ਆਹ ਦੇਖੋ, ਉਹ ਹੈ ਨਹੀਂ। ਤੇ ਮਤਲਬ ਉਹ ਹੁਣ ਉਹਦੇ 'ਚ ਹੋਣਾ ਕੀ ਹੈ ਕਿ ਮਤਲਬ ਅਖੀਰ ਦੇ ਵਿੱਚ ਕਿ ਕੌਣ ਚੁੱਕੇਗਾ। ਦੇਖੋ ਅਸੀਂ ਕੋਈ ਨਜੂਮੀ ਤਾਂ ਹੈ ਨਹੀਂ, ਲੇਕਿਨ ਆਪਾਂ ਦੇਖਦੇ ਕਿ ਅਖੀਰ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਕੈਨੇਡਾ ਨੇ ਉਹ ਝੁਕਣਾ ਸ਼ੁਰੂ ਹੋ ਵੀ ਗਿਆ। ਜਿਹੜੀ ਜਿੱਥੇ ਤਾਂ ਪਹਿਲਾਂ ਉੱਥੇ ਤਾਂ ਐਡਾ ਬੋਲ ਰਿਹਾ, ਹੁਣ ਜਾ ਕੇ ਉੱਥੇ ਜਿਹੜੇ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਨਿਊਯਾਰਕ ਜਿਹੜੀ ਉੱਥੇ ਜਿਹੜੀ ਗੱਲਬਾਤ ਕੀਤੀ ਉਹਦੀ ਟੋਨ ਸੁਰ ਬਿਲਕੁਲ ਉਹਦੀ ਵੱਖਰੀ ਹੋ ਗਈ। ਉਹ ਕਹਿੰਦਾ ਜੀ ਇੰਡੀਆ ਤਾਂ ਬਹੁਤ ਵੱਡੀ ਗਰੋਇੰਗ ਪਾਵਰ ਹੈ, ਅਸੀਂ ਤਾਂ ਉਹਦੇ ਨਾਲ ਬਣਾ ਕੇ ਰੱਖਣਾ ਚਾਹੁੰਦੇ ਹਾਂ, ਅਸੀਂ ਤਾਂ ਮਤਲਬ ਜਿਹੜਾ ਹੈਗਾ ਅਸੀਂ ਤਾਂ ਉਹਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਔਰ ਉਹਨੇ ਵੀ ਕਿਹਾ ਕਿ ਮੈਂ ਇੰਡੀਆ ਨੂੰ ਪ੍ਰਵੋਕ ਨਹੀਂ ਕਰਨਾ ਚਾਹੁੰਦਾ, ਮੈਂ ਉਹਨੂੰ ਮਤਲਬ ਉਕਸਾਉਣਾ ਨਹੀਂ ਚਾਹੁੰਦਾ। ਮਤਲਬ ਸੁਰ ਤਕਰੀਬਨ ਬਦਲ ਗਈ ਹੈ। ਔਰ ਜਿੱਦਾਂ ਆਪਾਂ ਦੇਖੀਏ ਕਿ ਪਹਿਲਾਂ ਮਤਲਬ ਜੋ ਸ਼ੁਰੂ ਹੋਈ ਹੈ ਤਾਂ ਇੱਦਾਂ ਜਿੱਦਾਂ ਮਤਲਬ ਉਹ ਜ਼ਿਆਦਾ ਕਰ ਰਿਹਾ ਸੀਗਾ ਜਿਵੇਂ ਮੇਰੇ ਕੋਲ ਤੇ ਇੰਡੀਆ ਡਿਫੈਂਸਿਵ ਤੇ ਉਹ ਓਫੈਂਸਿਵ ਤੇ ਹੁਣ ਉਲਟ ਹੋਇਆ ਲੱਗਦਾ। ਕਿਉਂਕਿ ਤੁਸੀਂ ਦੇਖੋ ਕਿ ਪੰਜਾਬ 'ਚ ਬੈਠੇ ਆਪਾਂ, ਕੈਨੇਡਾ ਦਾ ਜਿਹੜਾ ਸਾਰੀਆਂ ਸਿਸਟਮ ਜਿਹੜਾ ਚੱਲ ਰਿਹਾ ਉਹਦੇ ਫੀਸਦ ਅਸੀਂ ਦੇ ਰਹੇ ਹਾਂ। ਜਿਹਨਾਂ ਉਹਨਾਂ ਦਾ ਇੰਨਾ ਸਾਡੇ ਤੋਂ ਲਾਭ ਲੈ ਰਿਹਾ ਹੈ। ਜੇ ਰਿਲੇਸ਼ਨ ਖਰਾਬ ਹੁੰਦੇ ਆ ਤਾਂ ਦੋਨਾਂ ਧਿਰਾਂ ਦਾ ਨੁਕਸਾਨ ਹੋਏਗਾ। ਬਿਲਕੁਲ 68,000 ਕਰੋੜ ਤਾਂ ਹਰ ਸਾਲ ਫੀਸਾਂ ਦਾ ਤੇ ਉੱਥੇ ਜਿਹੜਾ ਨਿਵੇਸ਼ ਆ ਉਹ ਸਾਡੇ ਪੰਜਾਬੀ ਵਿਦਿਆਰਥੀ ਕਰਦੇ ਨੇ ਜੀ। ਤੁਸੀਂ ਦੇਖੋ ਨਾ, ਇੱਕ ਗੱਲ ਹੁੰਦੀ ਹੈ ਕਿ both sides have to lose, ਦੋਨਾਂ ਦਾ ਨੁਕਸਾਨ ਹੁੰਦਾ, ਲੇਕਿਨ who has more to lose? ਜਦੋਂ ਝੁਕਦਾ ਉਹ ਹੈ ਜਿਹਦਾ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਹੁਣ ਨੁਕਸਾਨ ਹੁਣ ਠੀਕ ਹੈ, ਸਾਡਾ ਵੀ ਪੰਜਾਬ ਦਾ ਵੀ ਜਾਂ ਭਾਰਤ ਦਾ ਵੀ ਨੁਕਸਾਨ ਹੋਏਗਾ, ਲੇਕਿਨ ਕੈਨੇਡਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਜੇ ਬਿਲਕੁਲ ਟੋਟਲੀ ਮੰਨ ਲਓ ਕਿ ਜੇ ਬੰਦ ਕਰ ਦੇ ਸਾਰੇ। ਮਤਲਬ ਇੰਨੇ ਜਿਹੜੇ ਵਿਦਿਆਰਥੀ ਇੰਨਾ ਉਹਨਾਂ ਨੂੰ ਆਮਦਨੀ ਹੋ ਰਹੀ ਹੈ, ਤੁਸੀਂ ਇਹ ਤਾਂ ਆਮਦਨੀ ਸਿੱਧੀ ਆਮਦਨੀ ਹੈ, ਇੱਕ ਇਨਡਾਇਰੈਕਟ ਆਮਦਨੀ ਬਹੁਤ ਹੈ। ਤੁਸੀਂ ਹੈਰਾਨ ਹੋਵੋਗੇ ਕਿ ਕੈਨੇਡਾ ਜੇ ਇੱਕ ਬੱਚਾ ਪੈਦਾ ਹੋ ਜਾਂਦਾ ਹੈ ਉਹਨੂੰ 18 ਸਾਲ ਦਾ ਕਰਨ ਲਈ ਕੈਨੇਡੀਅਨ ਸਰਕਾਰ ਦਾ $1 ਮਿਲੀਅਨ 60 ਰੁਪਏ ਦਾ ਚਲੋ ਲਾ ਲਓ ਡਾਲਰ 6 ਕਰੋੜ ਰੁਪਇਆ ਪਰ ਬੱਚਾ ਖਰਚ ਆਉਂਦਾ ਹੈ ਜੀ। ਅੱਛਾ, ਹੁਣ ਸਾਨੂੰ ਭਲੇ ਭਲਾਏ ਬੱਚੇ ਅਸੀਂ ਦੇ ਰਹੇ ਹਾਂ ਤਾਂ ਕਿੰਨੀ ਸੇਵਿੰਗ ਹੈ ਇੱਕ ਬੱਚੇ ਪਿੱਛੇ, ਔਰ ਲੱਖਾਂ ਬੱਚੇ ਜਾ ਰਹੇ ਨੇ, ਅਰਬਾਂ ਖਰਬਾਂ ਰੁਪਇਆ ਕੈਨੇਡਾ ਨੂੰ ਬਚ ਰਿਹਾ। ਤਾਂ ਕੈਨੇਡਾ ਇਹ ਟਰੂਡੋ ਨੂੰ ਸੋਚਣਾ ਚਾਹੀਦਾ ਸੀ ਕਿ ਮੈਨੂੰ ਆਈ ਹੈਵ ਮੋਰ ਟੂ ਲੂਜ਼। ਤਾਂ ਮੇਰਾ ਲੌਜਿਕ ਇਹ ਹੈ ਕਿ ਜਦੋਂ ਵੀ ਮੈਂ ਦੇਖਿਆ ਵੀ ਲੜਾਈ ਹੁੰਦੀ ਹੈ ਜਿਹਦਾ ਨੁਕਸਾਨ ਦਾ ਸੰਭਾਵਨਾ ਉਹਨੂੰ ਝੁਕਣਾ ਪੈਂਦਾ। ਤਾਂ ਇਸ ਦਾ ਅਸੀਂ ਦੇਖੀਏ ਤਾਂ ਜ਼ਿਆਦਾ ਸੰਭਾਵਨਾ ਇਹ ਹੈ ਕਿ ਕੈਨੇਡਾ ਝੁਕੇਗਾ ਜੀ। ਬਿਲਕੁਲ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਦੇ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦੇ ਨੇ, ਜਿਸ ਤਰ੍ਹਾਂ ਦੇ ਨਾਲ ਭਾਰਤ ਨੇ ਪਾਬੰਦੀ ਲਗਾਈ ਹੈ ਕਿ ਅਸੀਂ ਵੀਜ਼ਾ ਨਹੀਂ ਦੇਣਾ ਨਾਗਰਿਕਾਂ ਨੂੰ ਜਿਹੜੇ ਨਾਗਰਿਕ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦੇ ਨੇ। ਤੇ ਇਹ ਵਾਲਾ ਜਿਹੜਾ ਸੀਜ਼ਨ ਹੁੰਦਾ ਡਾਕਟਰ ਸਾਹਿਬ ਬੜੇ ਤਿਉਹਾਰਾਂ ਵਾਲਾ ਹੁੰਦਾ ਹੈ, ਵਿਆਹ ਸ਼ਾਦੀਆਂ ਵੀ ਇਸੇ ਸੀਜ਼ਨ ਦੇ ਵਿੱਚ ਕੀਤੀਆਂ ਜਾਂਦੀਆਂ ਨੇ।
ਤੇ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਵੀ ਭੁਗਤਣਾ ਪਵੇਗਾ। ਪੈਲਸ ਕਲਚਰ ਚੱਲਦਾ ਹੈ, ਉਹਦਾ ਵੀ ਨੁਕਸਾਨ ਹੋਵੇਗਾ। ਆਰਥਿਕਤਾ ਜਾਂ ਜਿਸ ਤਰੀਕੇ ਨਾਲ ਸਮਾਗਮ ਉਲੀਕੇ ਹੋਏ ਨੇ ਉਹਨਾਂ ਦੇ ਉੱਤੇ ਵੀ ਕਾਫੀ ਪ੍ਰਭਾਵ ਪਵੇਗਾ। ਕੁੱਲ ਮਿਲਾ ਕੇ ਦੋ ਜਿਹੜਾ ਦੇਸ਼ਾਂ ਦਾ ਰੇੜਕਾ ਬਰਕਰਾਰ ਹੋਇਆ, ਨੁਕਸਾਨ ਦੋਵਾਂ ਦਾ ਹੀ ਹੈ। ਤੇ ਆਰਥਿਕਤਾ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਜਿਹੜੀ ਭਾਰਤ ਦੀ ਆਰਥਿਕਤਾ ਹੈ ਉਹ ਕਿੰਨੀ ਕੁ ਪ੍ਰਭਾਵਿਤ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ? ਦੇਖੋ, ਮੈਂ ਜਿਵੇਂ ਕਿਹਾ ਕਿ ਠੀਕ ਹੈ, ਦੇਖੋ ਜਦੋਂ ਲੜਾਈ ਹੁੰਦੀ ਹੈ ਦੋ ਧਿਰਾਂ 'ਚ ਤਾਂ ਲੜਾਈ ਦੇ ਵਿੱਚ ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ। ਲੇਕਿਨ ਸਵਾਲ ਹੈ ਕਿ ਭਾਰਤ ਇੱਕ ਤਾਂ ਬਹੁਤ ਵੱਡਾ ਦੇਸ਼ ਹੈ, ਉਹਦੇ ਕੋਲ ਰਿਸੋਰਸਿਸ ਕੈਨੇਡਾ ਨਾਲੋਂ ਬਹੁਤ ਜ਼ਿਆਦਾ ਨੇ, ਔਰ ਦੂਜੀ ਚੀਜ਼ ਕਿ ਜਿਹੜਾ ਸਮੁੱਚੇ ਤੌਰ ਤੇ ਜਿਹੜਾ ਪੂਰਬ ਹੈ ਉੱਪਰ ਜਾ ਰਿਹਾ। ਤੁਸੀਂ ਦੇਖ ਹੀ ਲਓ, ਆਪਾਂ ਜੇ ਗ੍ਰਾਫ ਬਣਾ ਕੇ ਦੇਖ ਲਈਏ ਤਾਂ ਭਾਰਤ ਤਾਂ ਉਹਦਾ ਜਿਹੜਾ ਗਰੋਇੰਗ, ਤੇ ਉਹ ਤਾਂ ਖੁਦ ਕਿਹਾ, ਉਹਨੇ ਕਿਹਾ, ਜਿਹੜਾ ਜਸਟਿਨ ਟਰੂਡੋ ਨੇ ਲਾਹੌਰ ਵਰਤਾ ਇੰਡੀਆ ਇਜ਼ ਗਰੋਇੰਗ ਇਕੋਨਮੀ। ਤਾਂ ਇੱਕ ਮਤਲਬ ਇਹ ਹੈ, ਉਹ ਤਾਂ ਡਿਕਲਾਈਨਿੰਗ ਹੈ, ਵੈਸਟ ਦੇ ਡਿਕਲਾਈਨਿੰਗ ਹੈ, ਉਹਨਾਂ ਦੀ ਸਟੇਟ ਜਿਹੜੀ ਹੈ, ਪੱਛਮ ਦਾ ਨਿਗਾਰ ਹੋ ਰਿਹਾ, ਪੂਰਬ ਦਾ ਉਭਾਰ ਹੋ ਰਿਹਾ। ਤਾਂ ਇਸ ਕਰਕੇ ਭਾਰਤ ਨੂੰ ਕੈਨੇਡਾ ਦੇ ਮੁਕਾਬਲੇ ਪੰਜਾਬ ਨੂੰ, ਸਾਨੂੰ ਜ਼ਿਆਦਾ ਨੁਕਸਾਨ ਹੋਏਗਾ ਭਾਰਤ ਦੇ ਵਿੱਚੋਂ। ਜੇ ਪੰਜਾਬ ਬਾਹਰ ਕੱਢ ਦਿਓ ਤਾਂ ਸਮੁੱਚੇ ਤੌਰ ਤੇ ਭਾਰਤ ਨੂੰ ਬਹੁਤ ਘੱਟ ਨੁਕਸਾਨ ਹੈ। ਕੈਨੇਡਾ ਦੇ ਥੋੜਾ ਬਹੁਤਾ ਦਾ ਨੁਕਸਾਨ ਇਹਨਾਂ ਨੂੰ ਹੋਏਗਾ, ਲੇਕਿਨ ਬਹੁਤ ਘੱਟ ਹੈ। ਲੇਕਿਨ ਕੈਨੇਡਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਭਾਰਤ ਨਾਲ। ਔਰ ਪਰ ਅਸੀਂ ਜਿਹੜੇ ਪੰਜਾਬੀ ਵਿੱਚ ਰਗੜੇ ਜਾਂਦੇ ਹਾਂ, ਕਿਉਂਕਿ ਸਾਡੀ ਸਥਿਤੀ ਜਿਹੜੀ ਵੱਖਰੀ ਹੈ ਬਾਕੀ ਭਾਰਤ ਨਾਲੋਂ, ਕਿ ਬਹੁਤ ਸਾਰੇ ਪੰਜਾਬ ਦੇ ਸਾਡੇ ਜਿਹੜੇ, ਸਾਨੂੰ ਇਹ ਵੀ ਹੈ ਕਿ ਸਾਡੇ ਤਾਂ ਬਜ਼ੁਰਗ ਜਿਹੜੇ ਨੇ ਸਾਡੇ, ਉਹਨਾਂ ਦੇ ਇੱਥੇ ਵਿਚਾਰੇ ਕਈ ਸਾਡੇ ਬਜ਼ੁਰਗ ਜਿਹੜੇ ਨੇ ਕੈਨੇਡਾ 'ਚ, ਉਹ ਇੰਨਾ ਉਹਨਾਂ ਨੂੰ ਚਾਅ ਹੁੰਦਾ ਵੀ ਅਸੀਂ ਮਤਲਬ ਇੰਡੀਆ ਜਾਣਾ ਹੁੰਦਾ, ਸਰਦੀਆਂ ਨੂੰ ਇੱਥੇ ਆ ਜਾਂਦੇ ਨੇ ਲੋਕ, ਔਰ ਉੱਥੇ ਉਹਨਾਂ ਨੂੰ ਬੜੀ ਕੱਲ ਲੋਨਲੀਨੈਸ ਹੈ। ਇੱਥੇ ਆਓ, ਮੈਂ ਦੇਖਿਆ, ਮੈਂ ਤਾਂ 40 ਸਾਲ ਰਿਹਾ ਨਾ, ਮੈਂ ਦੇਖਿਆ ਵੀ ਕਿੰਨਾ ਉਹਨਾਂ ਨੂੰ ਚਾਅ ਹੁੰਦਾ। ਤੇ ਅਸੀਂ ਉਹਨਾਂ ਦੇ ਬਹੁਤ ਸਾਰੇ ਵਿਚਾਰੇ ਹੁਣ ਕੈਨੇਡੀਅਨ ਸਿਟੀਜ਼ਨ ਨੇ, ਜੇ ਅਸੀਂ ਉਹਨਾਂ ਦਾ ਵੀਜ਼ਾ ਬੰਦ, ਕਿੰਨੀ ਜ਼ਿਆਦਾ ਉਹਨਾਂ ਨਾਲ ਇਹੀ, ਚਲੋ ਪੈਸੇ ਤੋਂ ਵੀ ਛੱਡੋ, ਉਹਨਾਂ ਦੇ ਜਿਹੜਾ ਮਾਨਸਿਕਤਾ 'ਤੇ ਕਿੰਨਾ ਬੁਰਾ ਅਸਰ ਪਏਗਾ ਵੀ ਜਿਹੜੇ ਵਿਚਾਰਿਆਂ ਨੂੰ ਇੰਨਾ, ਜਿਹਨਾਂ ਲੋਕਾਂ ਨੂੰ। ਤਾਂ ਅਸੀਂ ਪੰਜਾਬੀ ਜਿਹੜੇ ਹਾਂ, ਸਾਨੂੰ ਤਾਂ ਹਰ ਪਾਸਿਓਂ ਮਤਲਬ, ਫਿਰ ਕਈ ਲੋਕ ਚਲੋ ਹਾਲੇ ਵੀ ਅਸੀਂ ਭਾਵੇਂ ਕਿ ਹੈ ਤਾਂ ਸਾਡੀ, ਸਾਨੂੰ ਇਹਨੂੰ ਇੱਥੋਂ ਸਿੱਖਣ ਦੀ, ਸਬਕ ਸਿੱਖਣ ਦੀ ਲੋੜ ਹੈ। ਲੋਕ ਜਿਹੜੇ ਨੇ ਵੀ ਪੰਜਾਬ ਦਾ ਜਿਹੜਾ ਭਵਿੱਖ ਜਿਹੜਾ ਪੱਛਮ 'ਚ ਦੇਖ ਰਹੇ ਨੇ, ਚਲੋ ਇੱਕ ਸਾਨੂੰ ਝਟਕਾ ਜਿਹੜਾ ਮਿਲਿਆ, ਉਹ ਤੋਂ ਸਾਨੂੰ ਇਹ ਜਿਹੜਾ ਸੋਚਣ 'ਤੇ ਮਜਬੂਰ ਹੋਣਾ ਚਾਹੀਦਾ ਵੀ ਜਿਹੜਾ ਆਪਾਂ ਆਪਣਾ ਤੇ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਪੱਛਮ 'ਚ ਦੇਖ ਰਹੇ ਹਾਂ, ਇਹ ਹਾਲਾਤ ਇਸ ਤੋਂ ਬੁਰੇ ਹੋਣੇ ਆ ਜਦੋਂ, ਖਾਸ ਕਰਕੇ ਜਦੋਂ ਰੂਸ ਯੂਕਰੇਨ ਦੇ ਵਿੱਚ ਜਿੱਤ ਜਾਏਗਾ ਔਰ ਇਹਨਾਂ ਦੀ ਹਾਰ ਹੋ ਜਾਏਗੀ, ਫਿਰ ਬਹੁਤ ਜ਼ਿਆਦਾ ਜਿਹੜੇ ਪੱਛਮੀ ਜਿਹੜਾ ਸੰਕਟ ਹੈ ਵਧੇਗਾ। ਔਰ ਇੱਥੇ ਜਿਹੜਾ ਜੋ ਆਪਾਂ ਸੇਖਦੇ ਵੀ ਸਾਡੀ ਉੱਥੇ ਬੜੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਸਾਡਾ ਪ੍ਰਭਾਵ ਹੈ ਯੂਥ ਦੇ ਵਿੱਚ ਵੀ ਸਾਡਾ ਉੱਥੇ ਬਹੁਤ ਵਧੀਆ ਫਿਊਚਰ ਹੈ, ਨਹੀਂ ਹੋਣਾ। ਇਹ ਤਾਂ ਇਸ ਘਟਨਾ ਤੋਂ ਪਹਿਲਾਂ ਹੀ ਜਿਹੜਾ ਹੈ ਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਜੋ ਪਹਿਲਾਂ 30 ਸਾਲ ਪਹਿਲਾਂ ਹੁੰਦਾ ਸੀ। ਬਹੁਤ ਸਾਰੇ ਸਾਡੇ ਸਟੂਡੈਂਟਸ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਬਹੁਤ ਜ਼ਬਰਦਸਤ। ਮਤਲਬ ਕਈ ਤਾਂ ਬੱਚੇ ਵਿਚਾਰੇ ਰੋਟੀ ਖਾਣ ਵੀ, ਗੁਰਦੁਆਰਾ ਸਾਹਿਬਾਨ ਨੇ ਜਿਹੜੇ ਨੇ ਹਜ਼ਾਰਾਂ ਬੱਚਿਆਂ ਨੂੰ ਰੋਟੀ ਦੇ ਰਹੇ ਨੇ, ਉਹਨਾਂ ਕੋਲ ਰੋਟੀ ਖਾਣ ਦੇ ਵੀ ਪੈਸੇ ਨਹੀਂ ਹੈਗੇ। ਤੋ ਲੇਕਿਨ ਇਹ ਜਿਹੜੀ ਸਥਿਤੀ ਸੁਧਰਨ ਵਾਲੀ ਨਹੀਂ ਹੈ। ਮਤਲਬ ਜਿਹੜੀ ਇਹਨਾਂ ਦੀ ਜਿਹੜੀ ਕੈਨੇਡਾ ਦੀ ਜਿਹੜੀ ਸਿਚੁਏਸ਼ਨ, ਜਿੱਥੋਂ ਤੱਕ ਮੈਨੂੰ ਨਜ਼ਰ ਆ ਰਿਹਾ ਕਿ ਜਿਹੜਾ ਆਰਥਿਕ ਜਿਹੜਾ ਸੰਕਟ ਹੈ ਜਾਂ ਜਿਹੜਾ ਸਮਾਜਿਕ ਸੰਕਟ ਹੈ ਪੱਛਮੀ ਦੇਸ਼ਾਂ ਦਾ, ਉਹ ਮਤਲਬ ਹੋਰ ਇਸ ਤੋਂ ਡੂੰਘਾ ਹੋਣਾ ਹੈ। ਔਰ ਖਾਸ ਕਰਕੇ ਮੈਂ ਬਾਰ-ਬਾਰ ਇਹ ਦੁਹਰਾਨਾ ਕਿ ਲੋਕਾਂ ਨੂੰ ਇਹ ਜਿਹੜੀ ਰੂਸ ਯੂਕਰੇਨ ਯੁੱਧ ਨੂੰ ਅਸੀਂ ਉਨੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿੰਨਾ ਸਾਨੂੰ ਲੈਣਾ ਚਾਹੀਦਾ। ਕਿਉਂ? ਸਾਡੇ ਭਵਿੱਖ ਨਾਲ ਇਹ ਚੀਜ਼ ਜੁੜੀ ਹੋਈ ਹੈ ਕਿ ਅਗਰ ਜਿੱਦਣ ਮਤਲਬ ਇਹ ਹਾਰ ਗਏ ਪੂਰੀ ਤਰ੍ਹਾਂ, ਜਿਹੜੇ ਕਿ ਬੜੀ ਹੁਣ ਨੇੜੇ ਹੀ ਪਹੁੰਚੀ ਹੋਈ ਹੈ ਗੱਲ, ਤੁਸੀਂ ਦੇਖਣਾ ਕਿ ਉਹਦਾ ਕਿੰਨਾ ਕੁ ਪ੍ਰਭਾਵ ਪਏਗਾ। ਕਿ ਜਦੋਂ ਇਹਨਾਂ ਦੀ ਜਿਹੜੀ ਹਾਰ ਦੇ ਨਾਲ ਸਿਰਫ ਬੇਇੱਜ਼ਤੀ ਨਹੀਂ, ਨਮੋਸ਼ੀ ਨਹੀਂ ਹੈਗੀ, ਉਹਦਾ ਆਰਥਿਕ ਪ੍ਰਭਾਵ ਬਹੁਤ ਵੱਡਾ ਪਏਗਾ। ਕਿ ਜਿਹੜੀ ਹੁਣ ਆਲਰੇਡੀ ਜਿਹੜਾ ਉਹ ਦੇਖੋ ਅਫਰੀਕਾ ਦੇ ਵਿੱਚ ਹੈ ਜੀ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਪੱਛਮੀ ਦੇਸ਼ਾਂ ਨੂੰ ਕਹਿ ਕੇ ਇੱਥੋਂ ਸਾਡੇ ਦੇਸ਼ ਤੋਂ ਨਿਕਲ ਜਾਓ, ਉਹਨਾਂ ਦੀਆਂ ਅੰਬੈਸੀਆਂ ਕਈ ਸਾੜਤੀਆਂ। ਔਰ ਦੂਸਰੇ ਪਾਸੇ ਉਹ ਰੂਸ ਦੇ ਝੰਡੇ ਲੈ ਕੇ ਮੁਜ਼ਾਹਰਾ ਕਰ ਰਹੇ ਨੇ। ਉਹ ਕਹਿੰਦੇ ਕਿ ਰੂਸ ਤਾਂ ਸਾਡਾ ਦੋਸਤ ਹੈ, ਉਹ ਤਾਂ ਸਾਨੂੰ ਕੁਝ ਦੇ ਰਿਹਾ, ਤੁਸੀਂ ਸਾਨੂੰ ਲੁੱਟ ਰਹੇ ਹੋ ਇੱਥੋਂ। ਤਾਂ ਕਹਿਣ ਦਾ ਮਤਲਬ ਹੈ ਕਿ ਪੱਛਮੀ ਦੇਸ਼ਾਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲੇ ਨੇ ਇੱਕ ਵਾਰੀ ਜਦੋਂ ਤਾਂ ਆਪਾਂ ਨੂੰ ਸੋਚਣਾ ਚਾਹੀਦਾ ਪੰਜਾਬੀਆਂ ਨੂੰ ਵੀ ਆਪਾਂ ਆਪਣਾ ਭਵਿੱਖ ਜਿਹੜਾ ਪੱਛਮ ਨਾਲ ਜਿਹੜਾ ਦੇਖ ਰਹੇ ਹਾਂ ਇਹ ਬੰਦ ਕਰੀਏ ਕਿ ਪੱਛਮ ਦਾ ਭਵਿੱਖ ਸੁਨਹਿਰਾ ਨਹੀਂ ਹੈ, ਤੇ ਫਿਰ ਤੁਹਾਡਾ ਸੁਨਹਿਰਾ ਉੱਥੇ ਕਿਸ ਤਰ੍ਹਾਂ ਹੋਏਗਾ ਭਵਿੱਖ। ਤਾਂ ਠੀਕ ਹੈ, ਹੁਣ ਸਾਡੀ ਮਜਬੂਰੀ ਹੈ, ਜਿਹੜੇ ਤਾਂ ਬੰਦੇ ਉੱਥੇ ਚਲੇ ਗਏ ਨੇ ਤੇ ਉਹ ਸਾਨੂੰ ਉਹਨਾਂ ਦਾ ਵੀ ਜਿਹੜੀ ਸੋਚਣਾ ਚਾਹੀਦਾ ਵੀ ਹੁਣ ਉਹਨਾਂ ਦਾ ਕੀ ਕਰੀਏ। ਤੇ ਜੇ ਰਿਲੇਸ਼ਨ ਜਿਹੜੇ ਨੇ, ਤਾਂ ਮੈਨੂੰ ਪੂਰੀ ਉਮੀਦ ਹੈ ਕਿ ਵੀ ਇਹ ਜਿਹੜਾ ਹੈਗਾ ਕਿ ਮਤਲਬ ਰਿਲੇਸ਼ਨ ਜਿਹੜੇ ਨੇ ਠੀਕ ਹੈ ਥੋੜ੍ਹੀ ਦੇਰ ਤੇ ਹੋਣਗੇ ਤਣਾਅ, ਪਰ ਅਖੀਰ ਦੇ ਵਿੱਚ ਕੈਨੇਡਾ ਜਿਹੜਾ ਉਹਨੂੰ ਮਤਲਬ ਕਿਉਂਕਿ ਉਹਦੇ ਇੰਨਾ ਕੁਛ ਉਹਨੂੰ ਨੁਕਸਾਨ ਹੋਣਾ ਹੈ
तो वो झुक जाएगा और कहेगा कि नहीं नहीं मतलब ये बंद करो ये ਜਿਹੜਾ टकरा। तो ये ज़्यादा संभावना है। ਹੁਣ ਅੱਗੋਂ ਤਾਂ ਕੋਈ ਵੀ ਨਹੀਂ ਜਾਣਦਾ ਕਿ ਆਪਾਂ ਤਾਂ ਸੰਭਾਵਨਾਵਾਂ ਹੀ ਕਹਿ ਸਕਦੇ ਹਾਂ ਕਿ ਹੋਣਾ ਕੀ ਹੈ, ਤਾਂ ਸਮਾਂ ਹੀ ਦੱਸੇਗਾ। ਬਿਲਕੁਲ ਜੀ। ਤੇ ਡਾਕਟਰ ਸਾਹਿਬ, ਜੇਕਰ ਸਾਰੇ ਦੇਸ਼ਾਂ ਦੀ ਗੱਲ ਕੀਤੀ ਜਾਵੇ, ਜਿਵੇਂ ਆਪਾਂ ਚਰਚਾ ਚਾਈਨਾ ਦੀ ਵੀ ਕੀਤੀ ਹੈ, ਰੂਸ ਦੀ ਵੀ ਕੀਤੀ ਹੈ, ਅਮਰੀਕਾ ਦੀ, ਕੈਨੇਡਾ ਦੀ ਤੇ ਭਾਰਤ ਦੀ, ਜੇ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਨੇ ਕਿ ਇੱਕ ਦੂਜੇ ਨਾਲ ਖੜਨ ਦਾ ਮੌਕਾ ਆ ਜਾਂਦਾ ਹੈ, ਤਾਂ ਭਾਰਤ ਦੇ ਨਾਲ ਕੌਣ ਖੜਾ ਹੋ ਸਕਦਾ ਹੈ? ਅਮਰੀਕਾ ਦੀ ਤਾਂ ਆਪਾਂ ਚਰਚਾ ਕਰ ਲਈ ਕਿ ਇਹ ਤਾਂ ਇਹਨਾਂ ਨੇ ਜਿਹੜਾ ਆਪਸ ਦੇ ਵਿੱਚ ਕੁਝ ਜਿਹੜੇ ਮੁਲਕ ਨੇ ਉਹ ਇਕੱਠੇ ਨੇ, ਇੱਕੋ ਹੀ ਮਾਂ ਦੇ ਪੁੱਤ ਕਹੇ ਜਾ ਸਕਦੇ ਨੇ, ਪਰ ਦੂਜੇ ਪਾਸੇ ਭਾਰਤ ਦੇ ਨਾਲ ਕਿਹੜੀ ਵੱਡੀ ਤਾਕਤ ਖੜ ਸਕਦੀ ਹੈ ਜੀ? ਮੈਂ ਤਾਂ ਜੀ ਇਸ ਬਾਰੇ ਜਿਹੜਾ ਤੁਸੀਂ ਸਵਾਲ ਕੀਤਾ ਇਹ ਲਗਾਤਾਰ ਇਸ ਬਾਰੇ ਲਿਖਿਆ ਵੀ ਭਾਰਤ ਨੂੰ ਇੱਕੋ ਹੀ ਦੇਸ਼ ਖੜ ਸਕਦਾ ਇਹਦੇ ਨਾਲ ਵੱਡੀ ਤਾਕਤ, ਉਹ ਰੂਸ ਹੈ ਜੀ। ਔਰ ਖੜਿਆ ਇਤਿਹਾਸ ਦੇ ਵਿੱਚ, ਜੇ ਕੋਈ ਖੜਿਆ ਸਾਡੇ ਨਾਲ ਉਹੀ ਖੜਿਆ। 1971 ਦੀ ਦੇਖ ਲਓ, 1971 ਦੇ ਵਿੱਚ ਅਮਰੀਕਾ ਨੇ ਸਾਡੇ ਤੇ 7th ਫਲੀਟ ਜਿਹੜਾ ਉਹਨਾਂ ਦਾ, ਉਹਦੇ ਨਾਲ ਹਮਲਾ ਚਾੜ ਦਿੱਤਾ ਸੀਗਾ ਤੇ ਇੰਡੀਅਨ ਓਸ਼ਨ ਭੇਜ ਦਿੱਤਾ ਸੀ। ਇਹਨੂੰ ਕਿਹਾ ਸੀ ਇੰਡੀਆ ਨੇ ਵੈਸੇ ਭੇਜਤਾ। ਤਾਂ ਜੇ ਰੂਸ ਨਾ ਖੜਦਾ ਸਾਡੇ ਨਾਲ ਤੇ ਅੱਜ ਸਾਡੀ ਕੀ ਹਾਲਤ ਹੁੰਦੀ? तो लेकिन जो रशिया ने कहा आ जा, फिर रशिया की पावर है, अमरीका अपने लैके वापस चला गया, साढ़े ते हमला करना आया सी लेकिन नहीं कर सकिया। अच्छा, फिर किन्नी वारी अमरीका ने भारत विरुद्ध मते पास कराए है सिक्योरिटी कौंसल तो, यूनाइटेड नेशन तो, उत्थे कौन वीटो करदा? रूस ने साडे जे वीटो करके भारत नूं जिहड़ा, तो भारत की जिहड़ी है राजनीतिक तौर, कूटनीतिक डिप्लोमैटिक तौर पर भी, फौजी तौर पर हर तरह जिहड़ा विकास दे विच जिहड़ा अपनी टैक्नोलॉजी दित्ती है, तो फौजी जिहड़ी टैक्नोलॉजी अज भी जिहड़े भारत दे तुसीं देखो कि जिहड़े हैवी वैपन है साडी फौज कोल 50% तो ज़्यादा रूस का हैगा। तो इस करके ये जिद्दां तुहाडे सवाल का जवाब यही है, जे कोई अमरीका नहीं खड़ेगा कभी भी, अमरीका तो उस देर तक जिन्ना चिर जे लड़ा देगा तो वो ਇਹਦੀ हेल्प नहीं करेगा, खड़ेगा नहीं है जी। लेकिन रूस जरूर साडा साथ उन्हें हमेशा दिता है और वो मतलब, तो यही तो एक अमरीका चाहता कि इन्हू किसी तरह रूस तो दूर किया जाए जी, है जी। तो इस भारत को हुण सोचना चाहिए कि कौन मेरा, कौन असली जिहड़ा मेरे नाल खड़ेगा, तो कौन मतलब अमरीका तक होर कोई खड़ जाए, अमरीका कभी नहीं खड़िया, ना कभी किसी ने खड़े अज तक। अमरीका इनू कहते अंग्रेजी फेयर वैदर्ड फ्रेंड, चंगे समय जिहदे ते माड़े दिन आ जाते उन्होंने अमरीका छड्ड जांदा हैगा। और ये हुंदा ही ये है कि ਜਿਹੜੇ ਅਮਰੀਕਾ ਹੈ ਜਦ ਇਹ ਤਾਂ ਨੀਤੀ ਸਾਰੇ ਜਾਂ ਇਹਨਾਂ ਦੀ ਤਾਂ ਸਿਰਫ ਪੈਸੇ ਦੀ ਨੀਤੀ ਹੈ। ਜਿੱਥੋਂ ਇਹਨਾਂ ਨੂੰ ਫਾਇਦਾ ਨਜ਼ਰ ਆ ਉੱਥੇ ਇਹਨਾਂ ਨੇ ਖੜਨਾ, ਜਿੱਥੇ ਇਹਨਾਂ ਨੂੰ ਅਵੇ ਖੜ ਕੇ ਨੁਕਸਾਨ ਹੋਣਾ ਉੱਥੋਂ ਇਹਨਾਂ ਨੇ ਕਦੇ ਨਹੀਂ ਖੜਨਾ। ਇਹ ਜਿਹੜਾ ਇਹ ਸਿਧਾਂਤ ਦੀ ਗੱਲ ਹੈ। ਤੇ ਅਮਰੀਕਾ ਇਹ ਜਿਹੜਾ ਪੱਛਮੀ ਜਿਹੜੀ ਸਰਮਾਏਦਾਰੀ ਹੈ, ਇਹਦਾ ਕੋਈ ਸਿਧਾਂਤ ਪੈਸਾ ਹੈ ਬਸ, ਇਹ ਕਿਸੇ ਨਾਲ ਖੜ ਨਹੀਂ ਸਕਦੇ। ਜੇਕਰ ਰੂਸ ਜਿਹੜਾ ਹੈਗਾ ਉਹਦੀ ਇੱਕ ਆਪਣੀ ਸੱਭਿਅਤਾ ਹੈ, ਉਹਨਾਂ ਦਾ ਇੱਕ ਇਤਿਹਾਸ ਹੈ, ਉਹ ਕਹਿੰਦੇ ਆ ਮੇਰਾ ਦੋਸਤ ਹੈ, ਮੇਰਾ ਫਰਜ਼ ਬਣਦਾ ਹੈ। ਇਹ ਚੀਜ਼ ਨੈਤਿਕਤਾ ਵੀ ਹੈ, ਇਹ ਜਿਹੜੀ ਕਿ ਪੱਛਮੀ ਦੇਸ਼ਾਂ 'ਚ ਨਹੀਂ ਹੈ। ਤਾਂ ਮੈਂ ਮਤਲਬ ਇਹੀ ਕਹਾਂਗਾ ਭਾਰਤ ਨੂੰ ਜਿਹੜਾ ਕਿ ਉਹ ਜੇ ਉਹਨੂੰ ਉਮੀਦ ਹੈ ਕੋਈ ਮੇਰੇ ਦੇਸ਼, ਔਰ ਇਹੀ ਜੇ ਚਾਈਨਾ ਦੇ ਨਾਲ ਵੀ ਪੰਗਾ ਪੈਂਦਾ, ਕਿਸੇ ਨਾਲ ਵੀ ਪੈਂਦਾ, ਅਖੀਰ 'ਚ ਜਿਹੜਾ ਸਾਡੇ ਸਾਈਡ ਤੇ ਕੋਈ ਖੜੇਗਾ ਤੇ ਰੂਸ ਹੀ ਖੜੇਗਾ ਜੀ। ਬਿਲਕੁਲ ਡਾਕਟਰ ਸਾਹਿਬ, ਸੰਭਾਵਨਾਵਾਂ ਕਾਫੀ ਨੇ ਕਿ ਕੌਣ ਕਿਹਦੇ ਹੱਕ ਦੇ ਵਿੱਚ ਖੜੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿਵੇਂ ਅੱਗੇ ਰਫ਼ਤਾਰ ਫੜੇਗਾ ਜਾਂ ਧੀਮਾ ਪੈ ਜਾਏਗਾ, ਕਾਫੀ ਤਰ੍ਹਾਂ ਦੀਆਂ ਚਰਚਾਵਾਂ ਨੇ। ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸੋ ਰੇੜਕਾ ਬਰਕਰਾਰ ਹੈ ਜੀ, ਆਪਸ ਦੇ ਵਿੱਚ ਬਿਆਨਬਾਜ਼ੀਆਂ ਵੀ ਚੱਲ ਰਹੀਆਂ ਨੇ, ਸਿਆਸਤ ਵੀ ਦੋਵਾਂ ਮੁਲਕਾਂ ਦੀ ਆਪਸ ਦੇ ਵਿੱਚ ਗਰਮਾਈ ਹੋਵੇਗੀ ਤੇ ਜਿਵੇਂ ਹੀ ਇਸ ਮਾਮਲੇ ਦੇ ਉੱਤੇ ਨਵੀਂ ਚਰਚਾ ਹੋਵੇਗੀ, ਜਿਵੇਂ ਕੋਈ ਅਪਡੇਟ ਆਏਗੀ, ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਇਜਾਜ਼ਤ ਦਿਓ, ਧੰਨਵਾਦ।